ਸਰਦਾਰ ਬਚਿੱਤਰ ਸਿੰਘ ਜੀ, ਤੁਸੀਂ ਰੋਪੜ ਹਲਕੇ ਦੇ ਉੱਪਰ ਚੋਣ ਲੜ ਰਹੇ ਹੋ ਅਤੇ ਘਾਟ ਇਲਾਕੇ ਦੀਆਂ ਬੜੀਆਂ ਸਮੱਸਿਆਵਾਂ ਹੈ, ਅਤੇ ਕਿਹੜੀਆਂ ਸਮੱਸਿਆਵਾਂ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਅਤੇ ਅੱਗੇ ਤੁਹਾਡੇ ਕੀ ਪਲਾਨ ਹੋਣਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇ ਆਪਾਂ ਘਾਟ ਇਲਾਕੇ ਦੀ ਗੱਲ ਕਰੀਏ, ਘਾਟ ਇਲਾਕੇ ਦੀਆਂ 2-3 ਸਮੱਸਿਆਵਾਂ ਹੈ ਜੀ। ਇੱਕ ਸਮੱਸਿਆ ਹੈਗੀ ਹੈ ਜਿਹੜੀ ਬਹੁਤ ਵੱਡੀ ਸਮੱਸਿਆ ਹੈ ਘਾਟ ਇਲਾਕੇ ਦੀ, ਕਿ ਸਾਡਾ ਹਿਮਾਚਲ ਪ੍ਰਦੇਸ਼ ਬਹੁਤ ਨੇੜੇ ਹੈ ਜੀ ਇਸ ਤੋਂ, ਜਿਹੜਾ ਕਿ ਕੁਛ ਏਰੀਆ ਹੈ 3-4 ਕਿਲੋਮੀਟਰ ਦਾ, ਜਿਹੜਾ ਹਮੇਸ਼ਾ ਕੱਚਾ ਹੀ ਰਹਿੰਦਾ। ਅਗਰ ਉਹ ਰਸਤਾ ਚਾਲੂ ਹੋ ਜਾਵੇ ਤਾਂ ਮੇਰਾ ਹਿਮਾਚਲ ਬਹੁਤ ਵੱਡਾ ਇੰਡਸਟਰੀ ਏਰੀਆ, ਬੱਦੀ ਏਰੀਆ, ਅਤੇ 5-7 ਕਿਲੋਮੀਟਰ ਹੀ ਮਤਲਬ ਇੱਥੇ ਤੋਂ ਬੱਦੀ ਏਰੀਆ ਪੜੇਗਾ, ਜਿੱਥੇ ਅਗਰ ਨੌਜਵਾਨਾਂ ਨੇ, ਕਿਉਂਕਿ ਉੱਥੇ ਇੰਡਸਟਰੀ ਦਾ ਕੰਮ ਬਹੁਤ ਆ, ਅਗਰ ਨੌਜਵਾਨਾਂ ਨੇ ਕੋਈ ਨੌਕਰੀ ਕਰਨੀ ਆ, ਕੁਛ ਕਰਨੀ ਆ, ਤਾਂ ਇੱਥੇ ਨੌਜਵਾਨ ਉੱਥੇ ਜਾ ਸਕਦੇ ਆ। ਅਗਰ ਉਹ ਰਸਤਾ ਨਹੀਂ ਬਣਦਾ ਤਾਂ ਨੌਜਵਾਨਾਂ ਨੂੰ ਘੱਟੋ ਘੱਟ ਵੀ 50-55 ਕਿਲੋਮੀਟਰ ਦਾ ਪੈਂਡਾ ਹੋ ਕੇ ਸਫ਼ਰ ਕਰਕੇ ਤਾਂ ਆਉਣਾ ਪੈਂਦਾ ਬੱਦੀ ਏਰੀਏ ਨੂੰ। ਸਭ ਤੋਂ ਬੜੀ ਸਮੱਸਿਆ ਇਹ ਹੈ ਘਾਟ ਇਲਾਕੇ ਦੀ। ਦੂਸਰੀ ਸਮੱਸਿਆ ਇਹ ਹੈ ਜੀ ਕਿ ਜਿਹੜਾ ਇੱਥੇ ਦਾ ਵਾਟਰ ਲੈਵਲ ਆ, ਪਾਣੀ ਲੈਵਲ ਆ, ਬਹੁਤ ਨੀਚਾ ਚਲੇ ਗਿਆ, ਕਹਿੰਦੇ 400 ਤੋਂ 500 ਫੁੱਟ ਨੀਚੇ ਹੇਠਾਂ ਚਲੇ ਗਿਆ। ਇਹਨਾਂ ਦੀ ਸਮੱਸਿਆ ਹੈ ਕਿ ਜਿਹੜੀ ਪੁਰਾਣੀ SYL ਬਣਦੀ ਸੀ, ਅਗਰ ਕੋਈ ਚੀਜ਼ ਦਾ ਉੱਧਰ ਤੋਂ SYL ਤੋਂ ਚਲੋ ਹਰਿਆਣੇ ਤੱਕ ਹਜੇ ਨਹੀਂ ਹਜੇ, ਲੇਕਿਨ ਮੈਂ ਵੀ ਸਰਕਾਰਾਂ ਨੂੰ ਕਹੂੰਗਾ ਕਿ ਹਰਿਆਣੇ ਤੱਕ ਨਾ ਚਲਾਓ, ਕਿਉਂਕਿ ਜਿਹੜਾ ਪਾਣੀ ਆਪਣਾ ਵੇਸਟੇਜ ਦਰਿਆ 'ਚ ਗੇਰਦੇ ਆ ਉਹ ਪਾਕਿਸਤਾਨ ਚਲ ਜਾਂਦਾ ਹੈ। ਐਕਚੁਅਲ ਨਹਿਰ ਬਣੀ ਹੋਈ ਆ, ਕੋਈ ਵੱਡਾ ਕੰਮ ਨਹੀਂ ਹੈਗਾ ਕਿ ਉਹ ਨਹਿਰ ਅਗਰ ਉੱਥੇ ਤੇ ਬਣ ਕੇ ਸਿਰਫ ਪੰਜਾਬ ਤੱਕ ਵਰਕ ਕਰੇ ਤਾਂ ਆਪਣੇ ਜਿਹੜੇ ਏਰੀਆ ਜਿਵੇਂ ਆਹ ਘਾਟ ਦਾ ਇਲਾਕਾ ਹੋ ਗਿਆ, ਹੋਰ ਪੰਜਾਬ ਤੱਕ ਇਲਾਕੇ ਹੋ ਗਏ, ਅਤੇ ਜਿਹੜੇ ਲੋਕਾਂ ਦੀ ਇੰਨੀ ਬਿਜਲੀ ਫੂਕ ਹੁੰਦੀ ਆ ਔਰ ਇੰਨਾ ਪਾਣੀ ਦਾ ਸਿਸਟਮ ਆ, ਬੋਰਾਂ ਨਾਲ ਕੱਢਦੇ ਆ, ਤਾਂ ਸਾਡੀ ਨਹਿਰ ਪੂਰੀ ਕਰ ਸਕਦੀ ਆ। ਔਰ ਇਹ ਬਹੁਤ ਵੱਡਾ ਉਪਰਾਲਾ ਹੋਏਗਾ ਕਿ ਜੇ ਘਾਟ ਇਲਾਕੇ ਨੂੰ ਉੱਥੇ ਤੇ ਸੂਆ ਨਿਕਲ ਕੇ ਆ ਜਾਵੇ ਤਾਂ ਮੇਰੇ ਹਿਸਾਬ ਦੇ ਨਾਲ ਪਾਣੀ ਦੀ ਕੋਈ ਸਮੱਸਿਆ ਨਹੀਂ ਆਏਗੀ ਇੱਥੇ। ਸਾਹਿਬ, ਆਜ਼ਾਦ ਚੋਣ ਲੜ ਰਹੇ ਹੋ, ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ 'ਚ ਜਾ ਰਹੇ ਹੋ? ਵੀਰ ਜੀ, ਆਜ਼ਾਦ ਚੋਣ ਲੜਨ ਦਾ ਸਾਡਾ ਇੱਕੋ ਹੀ ਮਕਸਦ ਹੈ। ਅਸੀਂ ਅੱਜ ਤੋਂ ਪਹਿਲਾਂ ਬਿਜ਼ਨਸਮੈਨ ਸੀਗੇ ਔਰ ਲੋਕਾਂ ਦੇ ਲਈ ਆਪਾਂ 15 ਤੋਂ 20 ਸਾਲ ਹੋ ਗਏ ਲੋਕਾਂ ਦੀ ਭਲਾਈ ਵਾਸਤੇ ਆਪਾਂ ਸਮਾਜ ਸੇਵੀ ਦਾ ਕੰਮ ਕਰਦੇ ਆ ਰਹੇ ਹਾਂ ਰੋਪੜ ਜ਼ਿਲ੍ਹੇ ਦੇ ਵਿੱਚ। ਲੇਕਿਨ 15-20 ਸਾਲਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਕਿ ਜਿਹੜੇ ਸਾਡਾ ਰੋਪੜ ਜ਼ਿਲ੍ਹਾ ਹੈ, ਇਹਦੇ ਵਿੱਚ ਜਿਹੜੀ ਸਿਆਸੀ ਲੀਡਰ ਨੇ, ਜਿਵੇਂ ਰਵਾਇਤੀ ਪਾਰਟੀਆਂ ਹੋ ਗਈਆਂ, ਅਕਾਲੀ ਦਲ ਲਾ ਲਓ, ਕਾਂਗਰਸ ਲਾ ਲਓ, ਇਹ ਕੀ ਕਰਦੀਆਂ ਨੇ, ਸਾਡੇ ਸਿਰ 'ਤੇ ਬਾਹਰਲੇ ਲੀਡਰ ਲਿਆ ਕੇ ਸਾਡੇ ਸਿਰ 'ਤੇ ਬਿਠਾ ਦਿੰਦੇ ਆ, ਜਿਹੜੇ 5 ਸਾਲ ਆਪਣੀ ਮਨਮਾਨੀ ਕਰਦੇ ਆ ਔਰ ਜੋ ਉਹਨਾਂ ਦੀ ਇੱਛਾ ਹੁੰਦੀ ਆ ਉਹ ਕਰਕੇ, ਜੋ ਇੱਥੇ ਦੀ ਲੁੱਟ, ਸਭ ਤੋਂ ਬੜੀ ਇੱਥੇ ਮਾਈਨਿੰਗ ਦੀ ਲੁੱਟ ਆ ਅਤੇ ਟਰਾਂਸਪੋਰਟ ਦੀ ਲੁੱਟ ਆ, ਉਹ ਲੁੱਟ ਕਰਕੇ ਆਪਣੇ ਘਰ ਨੂੰ ਨਿਕਲ ਜਾਂਦੇ ਆ। ਲੇਕਿਨ ਜਿਹੜਾ ਰੋਪੜ ਜ਼ਿਲ੍ਹਾ ਹੈ ਔਰ ਇਹਦੀ ਡਿਵੈਲਪਮੈਂਟ ਦੇ ਬਾਰੇ ਅਗਰ ਸੋਚਿਆ ਜਾਵੇ ਤਾਂ ਉਹਨਾਂ ਦਾ 1% ਵੀ ਯੋਗਦਾਨ ਨਹੀਂ ਹੈਗਾ। ਇਸ ਲਈ ਅਸੀਂ ਇਹ ਮਨ ਬਣਾਇਆ। ਪਹਿਲਾਂ ਮਾਈਨਿੰਗ ਦੀ ਲੜਾਈ ਮੈਂ ਲੜਦਾ ਰਿਹਾ, ਸਾਰਾ ਕੁਝ ਕਰਿਆ ਮੈਂ, ਕਾਨੂੰਨ ਤੌਰ 'ਤੇ ਤਾਂ ਮੈਂ ਜਿੱਤਦਾ ਰਿਹਾ, ਲੇਕਿਨ ਜਦ ਮੈਂ ਜ਼ਮੀਨੀ ਪੱਧਰ 'ਤੇ ਆਉਂਦਾ ਤਾਂ ਕਿਉਂਕਿ ਸਰਕਾਰਾਂ ਇਹਨਾਂ ਦੀਆਂ ਸੀਗੀਆਂ ਔਰ ਇਹਨਾਂ ਦਾ ਸਾਥ ਦਿੰਦੀਆਂ ਸੀਗੀਆਂ, ਜ਼ਮੀਨੀ ਪੱਧਰ 'ਤੇ ਆ ਕੇ ਮੈਂ ਫੇਲ ਹੋ ਜਾਂਦਾ ਸੀਗਾ। ਇਸ ਕਰਕੇ ਮੈਂ ਸੋਚਿਆ ਹੈ ਕਿ ਚਲੋ ਕਾਨੂੰਨੀ ਤੌਰ 'ਤੇ ਤਾਂ ਲੜਾਈ ਲੜ ਕੇ ਮੈਂ ਤਗੜਾ ਹੋ ਜਾਂਦਾ ਹੈ, ਲੇਕਿਨ ਜ਼ਮੀਨੀ ਪੱਧਰ 'ਤੇ ਆ ਕੇ ਜਦੋਂ ਸਰਕਾਰਾਂ ਸਾਡੀਆਂ ਫੇਲ ਹੋਣ ਕੀ ਕਰਕੇ ਮੈਂ ਇਹੀ ਸੋਚਿਆ ਕਿ ਕਾਨੂੰਨੀ ਲੜਾਈ ਦੇ ਨਾਲ ਸਿਆਸੀ ਲੜਾਈ ਵੀ ਬਹੁਤ ਜ਼ਰੂਰੀ ਹੈ। ਇਸ ਕਰਕੇ ਆਪਾਂ ਨੇ ਸੋਚਿਆ ਕਿ ਆਪਾਂ ਨੂੰ ਸਿਆਸੀ ਲੜਾਈ ਲੜਨੀ ਚਾਹੀਦੀ ਹੈ, ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ। ਇਸ ਲਈ ਆਪਾਂ ਨੇ ਸੋਚਿਆ ਕਿ ਆਪਾਂ ਇਲੈਕਸ਼ਨ ਲੜੀਏ। ਅਤੇ ਕਿੰਨਾ ਕੁ ਰਿਸਪੌਂਸ ਹੈ ਲੋਕਾਂ ਵੱਲੋਂ? ਨਹੀਂ, ਬਹੁਤ ਠੀਕ ਹੈ ਜੀ, ਕਿਉਂਕਿ ਆਪਾਂ 30-35 ਸਾਲ ਤੋਂ ਇਲਾਕੇ 'ਚ ਵਿਚਰਦੇ ਹਾਂ, ਲੋਕਾਂ ਨਾਲ ਕੰਮ ਕਰਦੇ ਹਾਂ, ਮਤਲਬ ਬਹੁਤ ਵਧੀਆ ਰਿਸਪੌਂਸ ਲੋਕ ਦੇ ਰਹੇ ਨੇ। ਲੋਕਾਂ ਦੀ ਹੀ ਆਵਾਜ਼ ਸੀਗੀ ਕਿ ਤੁਸੀਂ ਲੜੋ, ਇਸ ਲਈ ਆਪਾਂ ਲੜ ਰਹੇ ਹਾਂ, ਤਾਂ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ। ਅਤੇ ਹੋਰ ਤੁਸੀਂ ਅਜੋਕਾ ਨੌਜਵਾਨ ਜਿਹੜਾ ਉਹ ਬੇਰੁਜ਼ਗਾਰੀ ਦੇ ਵਿੱਚ ਧੱਸਿਆ ਹੋਇਆ ਹੈ, ਅਤੇ ਉਹਨਾਂ ਵਾਸਤੇ ਤੁਹਾਡੇ ਕੀ ਉਪਰਾਲੇ ਹੋਣਗੇ ਜੀ? ਵੀਰ ਜੀ, ਉਪਰਾਲੇ ਵਾਲੀ ਗੱਲ ਇਹ ਹੈ ਕਿ ਸਾਡਾ ਜਿਹੜਾ ਰੋਪੜ ਜ਼ਿਲ੍ਹਾ ਹੈ, ਇੱਥੇ ਬਹੁਤ, ਅਗਰ ਵਰਕ ਦੇ ਹਿਸਾਬ ਦੇ ਨਾਲ, ਉਹਨਾਂ ਦੇ ਕੰਮਕਾਰ ਦੇ ਹਿਸਾਬ ਨਾਲ ਦੇਖਿਆ ਤਾਂ ਬਹੁਤ ਬੜੀ ਇੰਡਸਟਰੀ ਆ ਸਾਡੇ ਇਲਾਕੇ ਦੇ ਵਿੱਚ, ਕਿਉਂਕਿ ਬਹੁਤ ਬੜੀ ਕ੍ਰੈਸ਼ਰ ਯੂਨਿਟ ਆ ਇੱਥੇ ਵਿੱਚ। ਇੱਥੇ ਬੜੀਆਂ ਸੀਮੈਂਟ ਦੀਆਂ ਫੈਕਟਰੀਆਂ ਹੈ ਜੀ, ਇੱਥੇ ਟਰਾਂਸਪੋਰਟ ਆ ਜੀ, ਸਾਡੇ ਇਲਾਕੇ 'ਚ ਟਰਾਂਸਪੋਰਟ ਨੂੰ ਕੰਮ ਮਿਲਦਾ ਹੈ। ਲੇਕਿਨ ਜਿਹੜੀਆਂ ਰਵਾਇਤੀਆਂ ਪਾਰਟੀਆਂ ਦੇ ਇੱਥੇ ਨੁਮਾਇੰਦੇ ਜਿੱਤ ਕੇ ਆਉਂਦੇ ਆ, ਉਹ ਫੈਕਟਰੀਆਂ ਨਾਲ ਵੀ ਸਾਂਝ ਪਾ ਲੈਂਦੇ ਆ, ਉਹ ਮਾਈਨਿੰਗ ਵਾਲੇ ਠੇਕੇਦਾਰਾਂ ਨਾਲ ਵੀ ਸਾਂਝ ਪਾ ਲੈਂਦੇ ਆ। ਉਹ ਸਾਰਾ ਕੁਝ ਹੋਣ ਤੋਂ ਬਾਅਦ ਤੇ ਜਿਹੜੇ ਲੋਕ, ਉਹ ਜਿਹੜੇ ਆਪਣੇ ਨਾਲ ਬੰਦੇ ਵੀ ਲਿਆਉਂਦੇ ਆ, ਜਿਨ੍ਹਾਂ ਨੂੰ ਉਹ ਮਤਲਬ ਨੌਕਰੀਆਂ ਦਿੰਦੇ ਆ, ਸਾਰਾ ਕੁਝ ਦਿੰਦੇ ਆ, ਉਹਨਾਂ ਨਾਲ ਅਟੈਚ ਵੀ ਕਰਦੇ ਆ, ਉਹ ਆਪਣੇ ਨਾਲ ਹੀ ਕਾਫਲਾ ਲੈ ਕੇ ਚੱਲਦੇ ਆ।
ਠੀਕ ਹੈ। ਇੱਥੇ ਆਪਣੇ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਹੈਗੀ ਔਰ ਉਹ ਬਿਲਕੁਲ ਹੀ ਬੇਰੁਜ਼ਗਾਰ ਮਤਲਬ ਹੋ ਜਾਂਦੇ ਆ। ਇਸ ਕਰਕੇ ਉਹਨਾਂ ਨੂੰ ਤੁਸੀਂ ਦੇਖਿਆ ਹੋਊਗਾ ਸਾਡੇ ਇਲਾਕੇ ਦੇ ਨੌਜਵਾਨਾਂ ਨੂੰ, ਕੋਈ ਹਿਮਾਚਲ 'ਚ ਫੈਕਟਰੀਆਂ 'ਚ ਕੰਮ ਕਰਦਾ ਜੀ, ਕੋਈ ਬਾਹਰ ਨੂੰ ਚਲੇ ਗਿਆ ਜੀ, ਕੋਈ ਕਿਤੇ ਚਲੇ ਗਿਆ ਜੀ, ਕੋਈ ਕਿਤੇ ਚਲੇ ਗਿਆ। ਲੇਕਿਨ ਜਿਹੜਾ ਰੋਪੜ ਦਾ ਨੌਜਵਾਨ ਹੈ, ਇੰਨਾ ਵਰਕ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ।